ਵਰਲਡ ਵਾਰ 2 ਤੋਂ ਬਾਅਦ ਨਾ ਦੋ ਸੁਪਰ ਪਾਵਰਾਂ ਉੱਭਰ ਕੇ ਸਾਹਮਣੇ ਆਈਆਂ, ਸੋਵੀਅਤ ਯੂਨੀਅਨ ਤੇ ਅਮਰੀਕਾ। ਤੇ ਜਾਪਾਨ ਇਹਨਾਂ ਦਾ ਕੰਪੀਟੀਸ਼ਨ ਸੀ ਜਰਮਨੀ ਤੋਂ ਬਾਅਦ। ਤੇ ਇਹਨਾਂ ਦੋਵਾਂ ਕੰਟਰੀਜ਼ ਨੇ ਡਿਸਾਈਡ ਕੀਤਾ, ਸੋਵੀਅਤ ਯੂਨੀਅਨ ਤੇ ਅਮਰੀਕਾ ਨੇ, ਕਿ ਕਿਉਂ ਨਾ ਜਾਪਾਨ ਦੇ ਉੱਤੇ ਨਿਊਕਲੀਅਰ ਬੰਬ ਸੁੱਟਿਆ ਜਾਵੇ, ਕਿਉਂਕਿ ਜਾਪਾਨ ਬਹੁਤ ਤੇਜ਼ੀ ਨਾਲ ਅੱਗੇ ਵੱਧ ਰਿਹਾ ਸੀ ਤੇ ਇੱਕ ਸੁਪਰ ਪਾਵਰ ਬਣਦਾ ਜਾ ਰਿਹਾ ਸੀ। ਤੇ ਉਹਨਾਂ ਨੇ ਇਹ ਚੀਜ਼ ਕੀਤੀ ਵੀ, ਉੱਥੇ ਨਿਊਕਲੀਅਰ ਬੰਬ ਸੁੱਟਿਆ। ਤੇ ਹਿਊਮਨਸ ਦੀ ਆਦਤ ਇਹ ਵੇ ਕਿ ਜਦੋਂ ਵੀ ਆਪਣਾ ਇੱਕ ਤਗੜਾ ਕੰਪੀਟੀਸ਼ਨ ਖਤਮ ਹੋ ਜਾਂਦਾ ਜਾਂ ਚੈਲੰਜ ਖਤਮ ਹੋ ਜਾਂਦਾ, ਆਪਾਂ ਛੋਟੀਆਂ ਛੋਟੀਆਂ ਚੀਜ਼ਾਂ ਦੇ ਵਿੱਚ ਚੈਲੰਜ ਲੱਭਦੇ ਹਾਂ। ਤੇ ਇਹੀ ਚੀਜ਼ ਹੋਈ ਵਰਲਡ ਵਾਰ 2 1945 ਤੋਂ ਬਾਅਦ। ਜਦੋਂ ਜਾਪਾਨ ਖਤਮ ਹੋ ਗਿਆ, ਸੋਵੀਅਤ ਯੂਨੀਅਨ ਤੇ ਅਮਰੀਕਾ ਨੇ ਇੱਕ ਦੂਜੇ ਵੱਲ ਦੇਖਣਾ ਸ਼ੁਰੂ ਕਰਤਾ ਤੇ ਇੱਕ ਦੂਜੇ ਤੋਂ ਡਰਨਾ ਸ਼ੁਰੂ ਕਰਤਾ ਕਿ ਸ਼ਾਇਦ ਹੁਣ ਸਾਡੇ ਤੇ ਉਹ ਦੂਜੀ ਕੰਟਰੀ ਨਿਊਕਲੀਅਰ ਬੰਬ ਨਾ ਸੁੱਟ ਦੇਵੇ, ਕਿਉਂਕਿ ਦੋਵਾਂ ਦੇ ਕੋਲ ਨਿਊਕਲੀਅਰ ਪਾਵਰ ਆ ਚੁੱਕੀ ਸੀ। ਤੇ ਇੱਕ ਫਿਨੋਮੀਨਾ ਸ਼ੁਰੂ ਹੋਇਆ ਇੱਕ ਟੈਨਸ਼ਨ ਦਾ ਦੋਵਾਂ ਕੰਟਰੀਆਂ ਦੇ ਵਿੱਚ, ਤੇ ਇੱਕ ਵਰਲਡ ਵਾਰ 3 ਦੀ ਸੰਭਾਵਨਾ ਸ਼ੁਰੂ ਹੋ ਚੁੱਕੀ ਸੀ। ਤੇ ਖਾਸ ਕਰ ਜਦੋਂ ਨਿਊਕਲੀਅਰ ਬੰਬ ਛੱਡਿਆ ਗਿਆ, ਉਸ ਤੋਂ ਬਾਅਦ ਏਲੀਅਨਸ ਦਾ ਜਾਂ UFOs ਦਾ ਦਿਖਣਾ ਬਹੁਤ ਜ਼ਿਆਦਾ ਸ਼ੁਰੂ ਹੋ ਗਿਆ। ਤੇ ਕੁਛ ਲੋਕ ਮੰਨਦੇ ਨੇ ਕਿ ਏਲੀਅਨਸ ਸ਼ਾਇਦ ਆਪਣੀ ਬਹੁਤ ਜ਼ਿਆਦਾ ਕੇਅਰ ਕਰਦੇ ਨੇ, ਜਿੱਦਾਂ ਆਪਾਂ ਉਹਨਾਂ ਨੂੰ ਦੇਵਤੇ ਵੀ ਕਹਿ ਲਈਏ, ਆਪਣੀ ਬਹੁਤ ਜ਼ਿਆਦਾ ਕੇਅਰ ਕਰਦੇ ਨੇ। ਤੇ ਉਹ ਨਹੀਂ ਚਾਹੁੰਦੇ ਕਿ ਆਪਣੇ ਕੋਲ ਇੱਦਾਂ ਦਾ ਖਤਰਨਾਕ ਹਥਿਆਰ ਆਵੇ ਤੇ ਆਪਾਂ ਇੱਕ ਦੂਜੇ ਨੂੰ ਖਤਮ ਕਰ ਲਈਏ। ਤੇ ਇਹ ਜਦੋਂ 1945 ਦੇ ਵਿੱਚ ਆਪਾਂ ਪਹਿਲਾ ਬੰਬ ਡੈਟੋਨੇਟ ਕੀਤਾ, ਆਪਾਂ ਇੱਕ ਚੇਤਾਵਨੀ ਬਾਹਰ ਯੂਨੀਵਰਸ ਦੇ ਵਿੱਚ ਛੱਡਦੀ ਕਿ ਸਾਡੇ ਕੋਲ ਇੱਦਾਂ ਦੀ ਚੀਜ਼ ਹੈ ਤੇ ਆਪਾਂ ਆਪਣੇ ਆਪ ਨੂੰ ਖਤਮ ਕਰ ਸਕਦੇ ਹਾਂ। ਤੇ ਉਸ ਤੋਂ ਬਾਅਦ ਏਲੀਅਨਸ ਨੇ ਦਿਖਣਾ ਬਹੁਤ ਜ਼ਿਆਦਾ ਸ਼ੁਰੂ ਕੀਤਾ। 1947 ਦੇ ਵਿੱਚ ਲਗਭਗ 300 ਤੋਂ 400 ਤਸ਼ਤਰੀਆਂ ਅਮਰੀਕਾ ਦੇ ਵਿੱਚ ਦਿਖੀਆਂ। ਤੇ ਕੁਛ ਲੋਕ ਕੀ ਕਹਿੰਦੇ ਨੇ ਕਿ ਯਾਰ ਅਮਰੀਕਾ ਜਾਂ ਇਹ ਤਗੜੀਆਂ ਕੰਟਰੀਆਂ ਦੇ ਵਿੱਚ ਹੀ ਤਸ਼ਤਰੀਆਂ ਕਿਉਂ ਦਿਖਦੀਆਂ, ਰਸ਼ੀਆ ਦੇ ਵਿੱਚ ਹੀ ਕਿਉਂ ਦਿਖਦੀਆਂ, ਦੂਜੀਆਂ ਛੋਟੀਆਂ ਮੋਟੀਆਂ ਕੰਟਰੀਆਂ ਦੇ ਵਿੱਚ ਇਹ ਚੀਜ਼ਾਂ ਕਿਉਂ ਨਹੀਂ ਦਿਖਦੀਆਂ। ਰੀਜ਼ਨ ਬੀਨ ਕਿ ਜੇ ਆਪਾਂ ਦੇਖੀਏ, ਜਿੱਥੇ ਜਿੱਥੇ ਵੀ ਤਸ਼ਤਰੀਆਂ ਦਿਖੀਆਂ ਨੇ, ਤਸ਼ਤਰੀ ਉੱਥੇ ਹੀ ਦਿਖਦੀ ਹੈ ਜਿੱਥੇ ਕੋਈ ਆਰਮੀ ਬੇਸ ਹੋਵੇ ਜਾਂ ਮਿਲਟਰੀ ਬੇਸ ਹੋਵੇ ਜਾਂ ਕੋਈ ਸੀਕ੍ਰੇਟ ਲੈਬ ਹੋਵੇ, ਜਿੱਥੇ ਵੀ ਕਿਸੇ ਵੀ ਤਰ੍ਹਾਂ ਦਾ ਐਕਸਪੈਰੀਮੈਂਟ ਚੱਲ ਰਿਹਾ, ਜਿੱਥੇ ਵੀ ਕਿਸੇ ਵੀ ਤਰ੍ਹਾਂ ਦਾ ਇੱਕ ਵੈਪਨ ਡਿਵੈਲਪ ਹੋ ਰਿਹਾ, ਤਸ਼ਤਰੀ ਹਮੇਸ਼ਾ ਉੱਥੇ ਦਿਖਦੀ ਹੈ। ਰੀਜ਼ਨ ਬੀਨ ਕਿ ਤਸ਼ਤਰੀ ਹਮੇਸ਼ਾ ਇੱਕ ਕੌਂਟੈਕਟ ਦੇ ਵਿੱਚ ਰਹਿਣਾ ਚਾਹੁੰਦੀ ਹੈ ਕਿ ਯਾਰ ਹਿਊਮਨਸ ਕੋਈ ਇੱਦਾਂ ਦੀ ਸਟੂਪਿਡਿਟੀ ਨਾ ਕਰ ਦੇਣ ਕਿ ਜਿਹਦੇ ਕਾਰਨ ਧਰਤੀ ਦੇ ਉੱਤੇ ਕੋਈ ਡੇਂਜਰ ਆਵੇ। ਕਹਿ ਸਕਦੇ ਹਾਂ ਕਿ ਉਹ ਆਪਣੀ ਬਹੁਤ ਜ਼ਿਆਦਾ ਕੇਅਰ ਕਰਦੇ ਨੇ। ਇਹ ਚੀਜ਼ ਕਨਫਰਮ ਹੁੰਦੀ ਹੈ ਇੱਕ 1994 ਦੇ ਇੰਸੀਡੈਂਟ ਤੋਂ। ਜ਼ਿੰਬਾਬਵੇ ਦੇ ਵਿੱਚ ਇੱਕ ਤਸ਼ਤਰੀ ਉਤਰੀ ਸਕੂਲ ਦੇ ਵਿੱਚ, ਲਗਭਗ 60-70 ਬੱਚੇ ਸੀ ਜਿਨ੍ਹਾਂ ਨੇ ਇਹ ਚੀਜ਼ ਦੇਖੀ ਤੇ ਉਹਨਾਂ ਨੇ ਏਲੀਅਨਸ ਦੇ ਕੋਲੋਂ ਇੱਕ ਮੈਸੇਜ ਵੀ ਰਿਸੀਵ ਕੀਤਾ। ਜੇ ਤੁਹਾਡੇ ਕੋਲ ਟਾਈਮ ਨਾ ਗੂਗਲ ਜ਼ਰੂਰ ਕਰਿਓ 1994 ਜ਼ਿੰਬਾਬਵੇ UFO ਇੰਸੀਡੈਂਟ। ਕੁਛ ਬੱਚਿਆਂ ਨੇ ਤਸਵੀਰਾਂ ਵੀ ਉਹ ਏਲੀਅਨਸ ਦੀਆਂ ਜਾਂ UFOs ਦੀਆਂ ਬਣਾਈਆਂ ਤੇ ਉਹ ਮੈਸੇਜ ਦਿੰਦੇ ਨੇ ਬੱਚਿਆਂ ਨੂੰ ਟੈਲੀਪੈਥਿਕਲੀ। ਕਹਿੰਦੇ ਨੇ ਕਿ ਯਾਰ ਜੋ ਵੀ ਤੁਸੀਂ ਟੈਕਨੋਲੋਜੀ ਦੇ ਨਾਲ ਐਕਸਪੈਰੀਮੈਂਟ ਕਰਦੇ ਪਏ ਹੋ ਉਹ ਚੀਜ਼ ਸਹੀ ਨਹੀਂ, ਉਹ ਤੁਹਾਨੂੰ ਇੱਕ ਗਲਤ ਤਰੀਕੇ ਜਾਂ ਗਲਤ ਰਾਹ ਵੱਲ ਧਕੇਲ ਰਹੀ ਹੈ। ਕੁਛ ਲੋਕ ਮੰਨਦੇ ਨੇ ਕਿ ਏਲੀਅਨਸ ਨੇ ਜੋ ਨਿਊਕਲੀਅਰ ਵੈਪਨ ਨੇ ਜਾਂ ਇੱਦਾਂ ਦੇ ਹੋਰ ਤਗੜੇ ਵੈਪਨ ਕਹਿ ਲਈਏ, ਆਪਣੇ ਪਲੈਨਟਸ ਦੇ ਉੱਤੇ ਇਜਾਦ ਵੀ ਕੀਤੇ ਤੇ ਉਹਨਾਂ ਦੀ ਵਰਤੋਂ ਵੀ ਕਰ ਚੁੱਕੇ ਨੇ ਤੇ ਆਪਣੇ ਗ੍ਰਹਿ ਨੂੰ ਕਹਿ ਸਕਦੇ ਹਾਂ ਉਹਨਾਂ ਨੇ ਖਤਮ ਕਰ ਲਿਆ। ਤੇ ਉਹ ਨਹੀਂ ਚਾਹੁੰਦੇ ਕਿ ਹਿਊਮਨਸ ਵੀ ਇਹ ਹੁਣ ਗਲਤੀ ਦੁਹਰਾਉਣ। ਤੇ ਰੀਜ਼ਨ ਕਿ ਉਹ ਸਕੂਲ ਦੇ ਵਿੱਚ ਹੀ ਉਤਰੇ, ਇਹ ਚੀਜ਼ ਆਸਟ੍ਰੇਲੀਆ ਦੇ ਵਿੱਚ ਵੀ ਹੋਈ, ਜਿੱਥੇ 300 ਤੋਂ 400 ਬੱਚੇ ਦੇ ਨਾਲ ਉਹਨਾਂ ਨੇ ਟੈਲੀਪੈਥਿਕਲੀ ਕਮਿਊਨੀਕੇਟ ਕਰਨ ਦੀ ਕੋਸ਼ਿਸ਼ ਕੀਤੀ। ਇਹ ਇਸ ਲਈ ਹੋਇਆ ਕਿਉਂਕਿ ਮਿਲਟਰੀ ਬੇਸਿਸ 'ਤੇ ਜਦੋਂ ਉਹ ਸ਼ੋ ਅਪ ਹੁੰਦੇ ਨੇ, ਆਪਾਂ ਹਮੇਸ਼ਾ ਗਨਸ ਚੱਕੀਆਂ ਹੋਈਆਂ ਤੇ ਆਪਾਂ ਹਮੇਸ਼ਾ ਤਿਆਰ ਰਹਿੰਦੇ ਹਾਂ ਹਮਲਾ ਕਰਨ ਵਾਸਤੇ, ਆਪਾਂ ਸ਼ਾਇਦ ਉਹਨਾਂ ਨੂੰ ਨਹੀਂ ਸੁਣਾਂਗੇ। ਤੇ ਸਕੂਲ ਇੱਕ ਬੜਾ ਹੀ ਇੱਕ ਸੌਫਟ ਇਨਵਾਇਰਮੈਂਟ ਕਹਿ ਲਈਏ, ਤੇ ਇਸ ਲਈ ਉਹਨਾਂ ਨੇ ਸਕੂਲ ਹੀ ਚੁਣਿਆ, ਬੱਚਿਆਂ ਨੂੰ ਹੀ ਚੁਣਿਆ। ਤੇ ਉਹਨਾਂ ਨੂੰ ਸ਼ਾਇਦ ਹਜੇ ਆਪਣੀ ਬੇਸਿਕ ਅੰਡਰਸਟੈਂਡਿੰਗ, ਮੈਂ ਕਹਿ ਲਵਾਂ ਛੋਟੀ ਜਿਹੀ ਬੇਸਿਕ ਅੰਡਰਸਟੈਂਡਿੰਗ, ਕਿ ਆਪਾਂ ਹਰੇਕ ਹਿਊਮਨ ਨਾਲ ਕਮਿਊਨੀਕੇਟ ਨਹੀਂ ਕਰਦੇ। ਉਹਨਾਂ ਨੂੰ ਸ਼ਾਇਦ ਲੱਗਿਆ ਹੋਏਗਾ ਜੇ ਜ਼ਿੰਬਾਬਵੇ 'ਚ ਜਾ ਕੇ ਬੱਚਿਆਂ ਨਾਲ ਕਮਿਊਨੀਕੇਟ ਕਰਾਂਗੇ ਸ਼ਾਇਦ ਜੋ ਵਰਲਡ ਲੀਡਰ ਨੇ ਉਹਨਾਂ ਕੋਲ ਮੈਸੇਜ ਪਹੁੰਚ ਜਾਏਗਾ ਸਾਡਾ, ਬਟ ਇੱਦਾਂ ਨਹੀਂ ਹੋਇਆ। ਸ਼ਾਇਦ ਉਹਨਾਂ ਨੂੰ ਨਹੀਂ ਪਤਾ ਕਿ ਆਪਾਂ ਇੱਕ ਦੂਜੇ ਨੂੰ ਕੰਟਰੀਜ਼ ਦੇ ਨਾਲ ਡਿਵਾਈਡ ਕੀਤਾ ਹੋਇਆ। ਚਲੋ ਇਹ ਵੀ ਇੱਕ ਥਿਊਰੀ ਹੈ। ਫਿਰ 1947 ਦੇ ਵਿੱਚ ਜਦੋਂ ਬਹੁਤ ਜ਼ਿਆਦਾ ਤਸ਼ਤਰੀਆਂ ਦਿਖਣੀਆਂ ਸ਼ੁਰੂ ਹੋਈਆਂ ਤੇ ਇੱਕ ਤਸ਼ਤਰੀ ਕਰੈਸ਼ ਹੋਈ 47 ਦੇ ਵਿੱਚ। ਤੇ ਜਿਹੜਾ ਅਫਸਰ ਪਹਿਲੋਂ ਉੱਥੇ ਪਹੁੰਚਿਆ ਇਹ ਚੀਜ਼ ਨੂੰ ਰਿਕਵਰ ਕਰਨ ਵਾਸਤੇ, ਉਹਨੇ ਕੁਛ ਪਾਰਟ ਆਪਣੇ ਉਹ ਘਰ ਲੈ ਕੇ ਗਿਆ ਉਹ ਤਸ਼ਤਰੀ ਦੇ ਵਿੱਚੋਂ। ਤੇ ਮਿਲਟਰੀ ਨੇ ਐਕਚੁਅਲੀ ਇੰਟਰਵਿਊ ਅਖਬਾਰ ਦੇ ਵਿੱਚ ਦਿੱਤਾ ਕਿ ਸਾਨੂੰ ਇੱਕ ਤਸ਼ਤਰੀ ਲੱਭੀ ਹੈ। ਤੇ ਉਹ ਅਫਸਰ ਨੇ ਜਦੋਂ ਪਾਰਟ ਆਪਣੇ ਘਰੇ ਖੜੇ ਤੇ ਉਹ ਐਕਸਪਲੇਨ ਕਰਦਾ ਕਿ
ਜੋ ਪਾਰਟ ਉਹਨੇ ਖੜਿਆ ਇੱਕ ਥਿਨ ਫੋਇਲ ਵਰਗਾ ਸੀ, ਜੋ ਮੈਟਲ ਸੀ, ਇੱਕ ਐਲੂਮੀਨੀਅਮ ਥਿਨ ਫੋਇਲ ਵਰਗਾ ਸੀ, ਬਟ ਨਾ ਤੇ ਉਹ ਮੁੜਦਾ ਸੀ, ਜੇ ਉਹਨੂੰ ਮੈਂ ਮੋੜਦਾ ਵੀ ਆ ਤੇ ਜਦੋਂ ਛੱਡਦਾ ਵਾ ਤਾਂ ਆਪਣੇ ਓਰੀਜਨਲ ਸ਼ੇਪ ਦੇ ਵਿੱਚ ਆ ਜਾਂਦਾ ਸੀ। ਉਹਨੂੰ ਮੈਂ ਤੋੜਨ ਦੀ ਵੀ ਕੋਸ਼ਿਸ਼ ਕੀਤੀ, ਥੋੜਾ ਵੀ ਮਾਰਿਆ, ਹੋਰ ਵੀ ਐਕਸਪੈਰੀਮੈਂਟ ਕੀਤੇ, ਬਟ ਉਹ 'ਤੇ ਕੋਈ ਵੀ ਅਸਰ ਨਹੀਂ ਹੋਇਆ। ਤੇ ਲੋਕ ਇਹ ਵੀ ਮੰਨਦੇ ਨੇ ਕਿ ਜੋ ਤਸ਼ਤਰੀ ਡਿੱਗੀ ਉਹਦੇ ਵਿੱਚ ਕੁਛ ਡੈਡ ਬੋਡੀਜ਼ ਵੀ ਸੀ, ਕੁਛ ਏਲੀਅਨਸ ਵੀ ਮਰੇ ਜੋ ਉਹਨਾਂ ਨੂੰ ਮਿਲੇ, ਤੇ ਉਹ ਏਲੀਅਨਸ ਨੂੰ ਏਰੀਆ 51 ਦੇ ਵਿੱਚ ਲੈ ਕੇ ਜਾਇਆ ਗਿਆ। ਤੇ ਜਦੋਂ ਵੀ ਆਪਾਂ ਏਲੀਅਨਸ ਦੀ ਗੱਲ ਕਰਦੇ ਆ ਨਾ, ਏਰੀਆ 51 ਨੂੰ ਆਪਾਂ ਪਿੱਛੇ ਨਹੀਂ ਛੱਡ ਸਕਦੇ। ਲਗਭਗ ਹਰੇਕ ਬੰਦਾ ਜੋ ਏਲੀਅਨਸ ਦੇ ਉੱਤੇ ਮਾੜੀ ਮੋਟੀ ਰਿਸਰਚ ਕਰਦਾ ਹੈ ਜਾਂ ਜਾਣਨਾ ਚਾਹੁੰਦਾ, ਏਰੀਆ 51 ਨੂੰ ਜ਼ਰੂਰ ਜਾਣਦਾ ਹੋਏਗਾ। ਬਟ ਜੇ ਕਿਸੇ ਨੂੰ ਨਹੀਂ ਵੀ ਪਤਾ ਨਾ, ਅਮਰੀਕਾ ਦਾ ਇੱਕ ਏਰੀਆ ਹੈ ਨਵਾਡਾ ਸਟੇਟ ਦੇ ਵਿੱਚ ਜਿਹਨੂੰ ਏਰੀਆ 51 ਮੰਨਿਆ ਗਿਆ, ਤੇ 1955 ਦੇ ਵਿੱਚ ਏਰੀਆ 51 ਦੀ ਸਥਾਪਨਾ ਹੋਈ। ਬਟ ਇਹ ਬਹੁਤ ਜ਼ਿਆਦਾ ਸੀਕ੍ਰੇਟ ਸੀ ਉਸ ਟਾਈਮ। ਬਟ 2013 ਦੇ ਵਿੱਚ ਅਮਰੀਕਾ ਦੀ ਗਵਰਨਮੈਂਟ ਨੇ ਕਨਫਰਮ ਕੀਤਾ, ਮਤਲਬ 2013 ਤੱਕ ਉਹਨਾਂ ਨੇ ਨਹੀਂ ਮੰਨਿਆ ਕਿ ਸਾਡੇ ਕੋਲ ਕੋਈ ਏਰੀਆ 51 ਹੈ। ਤੇ ਇਹ ਨਾ ਏਰੀਆ ਇੰਨਾ ਬਾਹਰੋਂ ਦੇਖਿਆ ਜਾਵੇ ਇੰਨਾ ਸੀਕ੍ਰੇਟਿਵ ਨਹੀਂ। ਤੁਸੀਂ ਆਮ ਹੀ YouTube ਦੇ ਉੱਤੇ ਵੀਡੀਓਜ਼ ਦੇ ਸਕਦੇ ਹੋ ਕਿ ਲੋਕ ਏਰੀਆ 51 ਦੇ ਕੋਲ ਜਾ ਕੇ ਫੋਟੋਆਂ ਖਿੱਚਦੇ ਨੇ। ਉੱਥੇ ਜ਼ਿਆਦਾ ਆਰਮੀ ਨਹੀਂ ਜਾਂ ਬਾਹਰ ਕੋਈ ਗਾਰਡ ਵਾਰਡ ਨਹੀਂ ਖੜੇ ਹੋਏ, ਉੱਥੇ ਸਿਰਫ ਕੈਮਰੇ ਲੱਗੇ ਹੋਏ ਨੇ ਜਾਂ ਸਾਈਨ ਹੀ ਲੱਗੇ ਹੋਏ ਕਿ ਅੰਦਰ ਨਾ ਜਾਓ। ਬਟ ਉਹ ਮਾਹੌਲ ਹੀ ਇੰਨਾ ਜ਼ਿਆਦਾ ਡਰਾਵਨਾ ਕਿ ਕੋਈ ਇੰਨੀ ਹਿੰਮਤ ਨਹੀਂ ਕਰਦਾ ਉਹਦੇ ਅੰਦਰ ਜਾਣ ਦੀ। ਬਟ ਜੇ ਉੱਪਰਲੇ ਲੈਵਲ ਤੱਕ ਦੇਖੀਏ ਨਾ ਉਹਨੂੰ, ਤੇ ਕੁਛ 3-4 ਕਮਰੇ ਤੁਹਾਨੂੰ ਦਿਖਣਗੇ, ਇੰਨੀਆਂ ਵੱਡੀਆਂ ਬਿਲਡਿੰਗਾਂ ਨਹੀਂ ਲੱਗਦੀਆਂ। ਬਟ ਜੋ ਲੋਕਾਂ ਨੇ ਉੱਥੇ ਕੰਮ ਕੀਤਾ ਹੋਇਆ ਉਹ ਦੱਸਦੇ ਨੇ ਉੱਪਰ ਸਿਰਫ ਲੋਕਾਂ ਨੂੰ ਦਿਖਾਉਣ ਵਾਸਤੇ ਕੁਛ ਕਮਰੇ ਬਣਾਏ ਹੋਏ ਨੇ, ਬਟ ਜੋ ਐਕਚੁਅਲ ਬਿਲਡਿੰਗਸ ਨੇ ਉਹ ਧਰਤੀ ਦੇ ਥੱਲੇ ਨੇ। ਮਤਲਬ ਪਤਾ ਨਹੀਂ ਕਿੰਨੀ ਡੂੰਘਾਈ ਤੱਕ ਉਹਨਾਂ ਨੇ ਉਹ ਜ਼ਮੀਨ ਪੱਟੀ ਹੋਈ ਹੈ ਤੇ ਉੱਥੇ ਜੋ ਸੀਕ੍ਰੇਟ ਸਲੈਬ ਰੱਖੀਆਂ ਹੋਈਆਂ ਨੇ। ਤੇ ਐਕਚੁਅਲ ਰੀਜ਼ਨ ਅਮਰੀਕਾ ਇਹੀ ਦੱਸਦਾ ਕਿ ਅਸੀਂ ਉੱਥੇ ਟੈਕਨੋਲੋਜੀ ਨੂੰ ਆਜ਼ਾਦ ਕਰਨ ਵਾਸਤੇ ਹੀ ਇਹ ਏਰੀਆ 51 ਬਣਾਇਆ ਹੋਇਆ। ਇੱਕ ਬੌਬ ਲਜ਼ਾਰ, ਮੈਂ ਪਹਿਲਾਂ ਵੀ ਇੱਕ ਪੋਡਕਾਸਟ 'ਚ ਮੈਂਸ਼ਨ ਕੀਤਾ ਸੀ, ਜੋ ਬੰਦਾ ਉੱਥੇ ਕੰਮ ਕਰਕੇ ਆਇਆ ਏਰੀਆ 51 ਦੇ ਵਿੱਚ, ਉਹ ਬਹੁਤ ਜ਼ਿਆਦਾ ਸੀਕ੍ਰੇਟ ਉਹਨੇ ਰਿਵੀਲ ਕੀਤੇ ਕਿ ਅਮਰੀਕੀ ਗਵਰਨਮੈਂਟ ਦੇ ਕੋਲ 9 ਤਸ਼ਤਰੀਆਂ ਨੇ ਏਰੀਆ 51 ਦੇ ਵਿੱਚ, ਤੇ ਉਹਨਾਂ ਨੇ ਕੁਛ ਏਲੀਅਨਸ ਵੀ ਏਰੀਆ 51 ਦੇ ਵਿੱਚ ਰੱਖੇ ਹੋਏ ਨੇ। ਤੇ ਜੋ 9 ਤਸ਼ਤਰੀਆਂ ਨੇ ਉਹ ਹਰੇਕ ਅਲੱਗ ਟਾਈਪ ਦੀ ਹੈ। ਇੱਦਾਂ ਲੱਗਦਾ ਕਿ ਉਹ ਇੱਕ ਹੀ ਪਲੈਨਟ ਦੇ ਵਿੱਚੋਂ ਨਹੀਂ ਆਈਆਂ, ਉਹ 9 ਉਹ 9 ਦੀਆਂ 9 ਇੱਕ ਅਲੱਗ ਸਿਸਟਮ ਦੇ ਵਿੱਚੋਂ ਹੋ ਸਕਦਾ, ਅਲੱਗ ਪਲੈਨਟ, ਹਰੇਕ ਅਲੱਗ-ਅਲੱਗ ਪਲੈਨਟ ਦੇ ਵਿੱਚੋਂ ਜਾਂ ਹਰੇਕ ਅਲੱਗ-ਅਲੱਗ ਗੈਲੈਕਸੀ ਦੇ ਵਿੱਚੋਂ ਜਾਂ ਯੂਨੀਵਰਸ ਦੇ ਵਿੱਚੋਂ ਆਈਆਂ ਹੋਈਆਂ ਨੇ। ਹਰੇਕ ਦੀ ਟੈਕਨੋਲੋਜੀ ਬਹੁਤ ਜ਼ਿਆਦਾ ਅਲੱਗ ਹੈ। ਤੇ ਕੁਛ ਤਸ਼ਤਰੀਆਂ ਉਹ ਦੱਸਦਾ ਕਿ ਇੰਨੀਆਂ ਜ਼ਿਆਦੀਆਂ ਪੁਰਾਣੀਆਂ ਨੇ, ਹੋ ਸਕਦਾ ਉਹ 10 ਜਾਂ 20 ਹਜ਼ਾਰ ਸਾਲ ਪਹਿਲੋਂ ਧਰਤੀ ਦੇ ਉੱਤੇ ਡਿੱਗੀਆਂ ਹੋਈਆਂ ਸੀ। 10 ਜਾਂ 20 ਹਜ਼ਾਰ ਸਾਲ ਪਹਿਲੋਂ ਡਿੱਗਣ ਦੇ ਬਾਵਜੂਦ ਵੀ ਉਹਦੀ ਟੈਕਨੋਲੋਜੀ ਇੰਨੀ ਜ਼ਿਆਦਾ ਐਡਵਾਂਸ ਹੈ। ਜਦੋਂ ਵੀ ਅਸੀਂ ਉੱਤੇ ਕੰਮ ਕਰਦੇ ਸੀ, ਅਸੀਂ ਉਹ ਟੈਕਨੋਲੋਜੀ ਨੂੰ ਸਮਝ ਨਹੀਂ ਸੀ ਪਾਉਂਦੇ। ਸਾਨੂੰ ਲਿਟਰਲੀ ਉਹ ਪ੍ਰੋਜੈਕਟ ਨੂੰ ਸ਼ਟ ਡਾਊਨ ਕਰਨਾ ਪੈਂਦਾ ਸੀ 5 ਜਾਂ 10 ਸਾਲ ਵਾਸਤੇ। ਫਿਰ 10 ਸਾਲ ਬਾਅਦ ਉਹਨੂੰ ਤਸ਼ਤਰੀ ਨੂੰ ਅਸੀਂ ਕੱਢਦੇ ਸੀ, ਫਿਰ ਦੇਖਦੇ ਸੀ ਕਿ ਕੀ ਸਾਡੀ ਸਾਇੰਸ ਇੰਨੀ ਐਡਵਾਂਸ ਹੋ ਚੁੱਕੀ ਹੈ, ਸਾਡੇ ਕੋਲ ਇੱਦਾਂ ਦੇ ਟੂਲਸ ਆ ਚੁੱਕੇ ਨੇ ਕਿ ਅਸੀਂ ਉਹਨਾਂ 'ਤੇ ਕੰਮ ਕਰੀਏ। ਬਟ ਫਿਰ ਵੀ ਸਾਡੇ ਉਹ ਸਮਝ ਨਹੀਂ ਆਉਂਦੀ ਸੀ। ਇਹ ਇੱਦਾਂ ਹੀ ਮੈਂ ਕਹਿ ਸਕਦਾ ਕਿ ਜਿੱਦਾਂ ਹੁਣ ਸਮਝੋ ਅੱਜ ਦੀ ਕੋਈ ਟੈਸਲਾ ਕਾਰ, ਇਲੈਕਟ੍ਰਿਕ ਕਾਰ ਨੂੰ ਆਪਾਂ ਸੰਨ 1800 ਦੇ ਵਿੱਚ ਛੱਡ ਦਈਏ, ਉੱਥੇ ਹੋਣ ਦੇ ਬਾਵਜੂਦ ਵੀ ਲੋਕੀ ਉਹਨੂੰ ਨਹੀਂ ਸਮਝ ਪਾਉਣਗੇ, ਭਾਵੇਂ ਉਹ ਧਰਤੀ ਦੀ ਹੀ ਟੈਕਨੋਲੋਜੀ ਹੈ। ਸੋਚੋ ਕੋਈ ਨਿਊਕਲੀਅਰ ਬੰਬ ਦਾ ਇੱਕ ਪ੍ਰੋਟੋਟਾਈਪ ਆਪਾਂ ਟਾਈਮ ਦੇ ਪਿੱਛੇ ਛੱਡਤਾ, ਡੈਟੋਨੇਟ ਨਹੀਂ ਕੀਤਾ, ਉਹਨੂੰ ਸਿਰਫ ਛੱਡਤਾ। ਬਹੁਤ ਜ਼ਿਆਦਾ ਲੋਕੀ ਤੇ ਸਿਰਫ ਰੇਡੀਏਸ਼ਨ ਦੇ ਨਾਲ ਹੀ ਮਰ ਜਾਣਗੇ, ਬਟ ਉਹਨੂੰ ਜੇ ਖੋਲਣਗੇ ਵੀ ਉਹਨੂੰ ਸਮਝ ਨਹੀਂ ਪਾਉਣਗੇ ਕਿ ਯਾਰ ਇਹ ਕੀ ਚੀਜ਼ ਹੈ। ਭਾਵੇਂ ਆਸੇ ਪਾਸੇ ਲੋਕੀ ਮਰਦੇ ਪਏ ਨੇ ਰੇਡੀਏਸ਼ਨ ਦੇ ਕਾਰਨ, ਬਟ ਉਹ ਸਮਝ ਨਹੀਂ ਪਾਉਣਗੇ। ਬਟ ਇਹ ਚੀਜ਼ ਉਹਨੇ ਜ਼ਰੂਰ ਐਡਮਿਟ ਕੀਤੀ ਕਿ ਅਸੀਂ ਉਹ ਤਸ਼ਤਰੀਆਂ ਨੂੰ ਰਿਵਰਸ ਇੰਜੀਨੀਅਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਤੇ ਬਹੁਤ ਜ਼ਿਆਦਾ ਟੈਕਨੋਲੋਜੀਜ਼ ਨੇ ਜੋ ਆਪਾਂ ਡੇਲੀ ਬੇਸਿਸ 'ਤੇ ਯੂਜ਼ ਕਰ ਰਹੇ ਹਾਂ, ਜੋ ਉਹ ਏਰੀਆ 51 ਦੇ ਵਿੱਚੋਂ ਨਿਕਲੀ ਹੋਈ ਹੈ। 1980 ਦੇ ਵਿੱਚ ਜਦੋਂ ਉਹ ਕੰਮ ਕਰਦਾ ਪਿਆ ਸੀ, ਉਹ ਕਹਿੰਦਾ ਜੇ ਏਰੀਆ 51 ਦੇ ਅੰਦਰ ਵੀ ਅਸੀਂ ਜਾਂਦੇ ਸੀ ਨਾ, ਹੁਣ ਤਸ਼ਤਰੀਆਂ ਦੀ ਗੱਲ ਨੂੰ ਸਾਈਡ 'ਤੇ ਰੱਖੀਏ, ਕਹਿੰਦਾ ਏਰੀਆ 51 ਦੇ ਅਸੀਂ ਅੰਦਰ ਵੀ ਜਾਂਦੇ ਸੀ ਨਾ, ਉਹ ਬਿਲਡਿੰਗਸ ਦੀ ਟੈਕਨੋਲੋਜੀ ਹੀ ਬਹੁਤ ਜ਼ਿਆਦਾ ਹਾਈ ਸੀ, ਜੋ ਉਸ ਟਾਈਮ ਵਾਸਤੇ ਬਹੁਤ ਜ਼ਿਆਦਾ ਐਡਵਾਂਸ ਸੀ। ਜਿੱਦਾਂ ਕਿ ਕੋਈ ਡੋਰ ਖੋਲ੍ਹਣ ਵਾਸਤੇ ਅਸੀਂ ਫਿੰਗਰਪ੍ਰਿੰਟ ਯੂਜ਼ ਕਰਦੇ ਸੀ, ਜੋ ਟੈਕਨੋਲੋਜੀ ਅੱਜ ਆਪਾਂ ਫੋਨ ਦੇ ਵਿੱਚ ਯੂਜ਼ ਕਰਦੇ ਪਏ ਹਾਂ ਫਿੰਗਰਪ੍ਰਿੰਟ ਦੀ, ਉਹ 1980 ਦੇ ਵਿੱਚ ਏਰੀਆ 51 ਦੇ ਵਿੱਚ ਆਲਰੇਡੀ ਯੂਜ਼ ਹੁੰਦੀ ਪਈ ਸੀ। ਅਤੇ ਇਹ ਚੀਜ਼ ਮੈਨੂੰ ਬਹੁਤ ਜ਼ਿਆਦਾ
ਅਚੰਭਿਤ ਕਰਦੀ ਹੈ ਕਿ ਜਿੰਨੀਆਂ ਵੀ ਟੈਕ ਐਡਵਾਂਸਮੈਂਟ ਹੋਈਆਂ ਸਾਰੀਆਂ 1950 ਤੋਂ ਬਾਅਦ ਹੀ ਲਾਂਚ ਹੋਈਆਂ। ਜਿੱਦਾਂ ਦੇਖੀਏ ਕਿ 1945 ਦੇ ਵਿੱਚ ਬੰਬ ਸੁੱਟਿਆ ਗਿਆ, 1947 ਦੇ ਵਿੱਚ UFOs ਦਾ ਦਿਖਣਾ ਸ਼ੁਰੂ ਹੋਇਆ ਅਤੇ ਕਰੈਸ਼ ਵੀ ਹੋਇਆ, ਅਤੇ 1950 ਤੋਂ ਬਾਅਦ ਹੀ ਜਿੰਨੀਆਂ ਵੀ ਟੈਕ ਐਡਵਾਂਸਮੈਂਟ ਹੋਈਆਂ। ਫਿਰ ਏਰੀਆ 51 1955 ਦੇ ਵਿੱਚ ਐਸਟੈਬਲਿਸ਼ ਹੋਇਆ। ਇਹ ਜੇ ਟਾਈਮ ਲਾਈਨ ਤੁਸੀਂ ਦੇਖਦੇ ਜਾਓ ਨਾ ਕਿਤੇ ਹਰੇਕ ਚੀਜ਼ ਕਨੈਕਟ ਹੁੰਦੀ ਹੈ UFOs ਦੇ ਨਾਲ। ਹਰੇਕ ਟੈਕਨੋਲੋਜੀ ਐਡਵਾਂਸਮੈਂਟ, ਜਿੱਦਾਂ ਕਿ ਇੰਟਰਨੈਟ ਦੀ ਆਪਾਂ ਗੱਲ ਕਰੀਏ 1969 69 ਹੀ ਕਹਿੰਦੇ ਨੇ ਨਾ, 1969 ਦੇ ਵਿੱਚ ਇੰਟਰਨੈਟ ਦਾ ਆਉਣਾ ਸ਼ੁਰੂ ਹੋ ਗਿਆ ਸੀ। ਫਿਰ 1983 ਦੇ ਵਿੱਚ ਮਿਲਟਰੀ ਨੇ ਯੂਜ਼ ਕਰਨੀ ਸ਼ੁਰੂ ਕੀਤੀ, ਅਤੇ ਇਹੀ ਟੈਕਨੋਲੋਜੀ 1993 ਦੇ ਵਿੱਚ ਇੱਕ ਆਮ ਬੰਦੇ ਵਾਸਤੇ ਛੱਡੀ ਗਈ। ਹੁਣ ਸਫ਼ਰ ਦੇਖੋ 1969 ਤੋਂ ਲੈ ਕੇ ਆਪਣੇ ਕੋਲ ਟੈਕਨੋਲੋਜੀ ਇਹ ਪਹੁੰਚੀ 1993 ਦੇ ਵਿੱਚ। ਹਾਈਪਰਸੋਨਿਕ ਮਿਸਾਈਲਸ, ਠੀਕ ਹੈ, ਕੋਈ ਵੀ ਮਿਸਾਈਲ ਜਿਹਦੀ ਸਪੀਡ ਸਾਊਂਡ ਤੋਂ 5 ਗੁਣਾ ਜ਼ਿਆਦਾ ਹੁੰਦੀ ਹੈ। 2005 ਤੋਂ ਲੈ ਕੇ 2010 ਤੱਕ ਇੱਦਾਂ ਦੀ ਟੈਕਨੋਲੋਜੀ ਐਗਜ਼ਿਸਟ ਨਹੀਂ ਸੀ ਕਰਦੀ। ਇਹ ਟੈਕਨੋਲੋਜੀ ਸਿਰਫ ਪੇਪਰਾਂ ਦੇ ਅੰਦਰ ਹੀ, ਡਾਕੂਮੈਂਟ ਜੋ ਬਹੁਤ ਸੀਕ੍ਰੇਟ ਸੀ ਉਹਨਾਂ ਦੇ ਅੰਦਰ ਹੀ ਮੈਂਸ਼ਨ ਹੋਈ ਸੀ। ਬਟ ਹੁਣ ਦੇਖੋ ਰਸ਼ੀਆ ਦੇ ਕੋਲ, ਅਮਰੀਕਾ ਦੇ ਕੋਲ, ਆਈ ਥਿੰਕ ਇੰਡੀਆ ਵੀ ਇਹਦੇ ਉੱਤੇ ਕੰਮ ਕਰਦਾ ਪਿਆ। ਇੰਡੀਆ ਨੇ ਆਈ ਥਿੰਕ ਰੀਸੈਂਟਲੀ ਕਨਫਰਮ ਕੀਤਾ ਸੀ ਕਿ ਸਾਡੇ ਕੋਲ ਹਾਈਪਰਸੋਨਿਕ ਮਿਸਲ ਹੈ। ਅਤੇ ਮੈਂ ਮੰਨਦਾ ਕਿ ਇਹ ਜੋ ਏਰੀਆ 51 ਨੇ ਜਾਂ UFOs ਨੂੰ ਕੰਟਰੋਲ ਕਰਨ ਵਾਲੀ ਜਾਂ UFOs ਨਾਲ ਗੱਲਬਾਤ ਕਰਨ ਵਾਲੀ ਜੋ ਅਥੋਰਿਟੀ ਹੈ, ਇਹ ਕੋਈ ਆਮ ਅਥੋਰਿਟੀ ਨਹੀਂ, ਇਹਨੂੰ ਗੌਰਮੈਂਟ ਨਹੀਂ ਕੰਟਰੋਲ ਕਰਦੀ ਪਈ। ਉਹ ਤੋਂ ਵੀ ਇੱਕ ਸੀਕਰੇਟ ਗੌਰਮੈਂਟ ਆਪਾਂ ਕਹਿ ਲਈਏ, ਉਹ ਗੌਰਮੈਂਟ ਹੈ ਜੋ ਏਰੀਆ 51 ਜਾਂ UFOs ਨੂੰ ਕੰਟਰੋਲ ਕਰਦੀ ਹੈ। ਐਡਵਰਡ ਸਨੋਡਨ ਦਾ ਅਗਰ ਤੁਸੀਂ ਨਾਮ ਸੁਣਿਆ ਹੋਏਗਾ, ਇੱਕ ਮੁੰਡਾ ਸੀ ਜੋ ਗੌਰਮੈਂਟ ਲਈ ਕੰਮ ਕਰਦਾ ਸੀ ਅਮਰੀਕਾ ਦੀ, ਅਤੇ ਉਹਨੇ ਗੌਰਮੈਂਟ ਦਾ ਸਿਸਟਮ ਕਾਈਂਡ ਆਫ ਹੈਕ ਕੀਤਾ ਕਿਉਂਕਿ ਉਹਨੂੰ ਨਹੀਂ ਸੀ ਪਸੰਦ ਕਿ ਕਿੱਦਾਂ ਗੌਰਮੈਂਟ ਆਪਣੇ ਸਿਟੀਜ਼ਨਸ ਦੇ ਉੱਤੇ ਜਸੂਸੀ ਕਰਦੀ ਪਈ ਹੈ। ਅਤੇ ਉਹਨੇ ਇਹ ਸਾਰੀ ਦੁਨੀਆ ਦੇ ਸਾਹਮਣੇ ਰਿਵੀਲ ਕੀਤਾ। ਜਿਹੜੀ ਏਜੰਸੀ ਵਾਸਤੇ ਉਹ ਕੰਮ ਕਰਦਾ ਸੀ ਉਹਦਾ ਨਾਂ ਸੀ NSA। NSA ਦਾ ਸਿਸਟਮ ਇੰਨਾ ਜ਼ਿਆਦਾ ਐਡਵਾਂਸ ਸੀ ਕਿ ਇੱਕ ਸਕਿੰਟ ਦੇ ਵਿੱਚ ਉਹ 12,000 ਕਾਲ ਮੋਨੀਟਰ ਕਰ ਸਕਦਾ ਸੀ ਜਾਂ ਉਹਨਾਂ ਦੇ ਗੋ ਥਰੂ ਕਰ ਸਕਦਾ ਸੀ। ਅਤੇ ਉਹਨੇ ਇਹ ਚੀਜ਼ ਦੁਨੀਆ ਸਾਹਮਣੇ ਰਿਵੀਲ ਕੀਤੀ ਅਤੇ ਉਹਨੂੰ ਅਮਰੀਕਾ ਛੱਡ ਕੇ ਰੂਸ ਦੇ ਵਿੱਚ ਜਾਣਾ ਪਿਆ ਕਿਉਂਕਿ ਉਹਨੂੰ ਆਪਣੀ ਜਾਨ ਦਾ ਖਤਰਾ ਬਣ ਆਇਆ ਸੀ। ਅਤੇ ਉਹਨੇ ਦੱਸਿਆ ਕਿ ਮੈਂ ਅਮਰੀਕਾ ਦਾ ਜੋ ਇੱਕ ਸੀਕਰੇਟ ਸਿਸਟਮ ਸੀ ਉਹਨੂੰ ਸਾਰੇ ਨੂੰ ਹੈਕ ਕੀਤਾ, ਉਹਦੇ ਵਿੱਚ ਸਾਰੀਆਂ ਫਾਈਲਾਂ ਫਰੋਲੀਆਂ, ਬਟ ਮੈਨੂੰ ਏਲੀਅਨਸ ਦਾ ਨਾਮੋ ਨਿਸ਼ਾਨ ਕਿਤੇ ਵੀ ਕਿਸੇ ਵੀ ਸੀਕਰੇਟ ਫਾਈਲ ਦੇ ਵਿੱਚ ਮੈਨੂੰ ਨਹੀਂ ਲੱਭਾ। ਅਤੇ ਇੱਥੋਂ ਥੋੜ੍ਹਾ ਸਿੱਧ ਹੁੰਦਾ ਕਿ ਸ਼ਾਇਦ ਨੋਰਮਲ ਗੌਰਮੈਂਟ ਜਾਂ ਨੋਰਮਲ ਮਿਲਟਰੀ ਇਹ UFOs ਦੇ ਨਾਲ ਕਮਿਊਨੀਕੇਟ ਜਾਂ ਇਹਨੂੰ ਕੰਟਰੋਲ ਨਹੀਂ ਕਰਦੀ। ਇੱਕ ਬਹੁਤ ਸੀਕਰੇਟ ਬ੍ਰਾਂਚ ਇੱਕ ਵਰਲਡ ਆਰਡਰ ਦੀ ਲੱਗਦੀ ਹੈ ਜੋ ਇਹਨਾਂ ਦੇ ਵਿੱਚ ਡੀਲ ਕਰਦੀ ਹੈ। ਅਤੇ ਏਰੀਆ 51 ਦੇ ਵਿੱਚ ਮੈਨੂੰ ਲੱਗਦਾ ਕਿ ਹੋਰ ਵੀ ਬਹੁਤ ਜ਼ਿਆਦਾ ਐਡਵਾਂਸ ਟੈਕਨੋਲੋਜੀਜ਼ ਪੱਕਾ ਹੋਣਗੀਆਂ। ਜਿੱਦਾਂ ਕੋਈ ਦੱਸਦਾ ਸੀ, ਕਿਸੇ ਮਿਲਟਰੀ ਵਾਲੇ ਨੇ ਦੱਸਿਆ ਕਿ ਉੱਥੇ ਇੱਦਾਂ ਦੇ ਫੋਨ ਨੇ ਸਟਾਫ ਦੇ ਕੋਲ ਕਿ ਉਹਨਾਂ ਦੀ ਬੈਟਰੀ ਕਦੇ ਖਰਾਬ ਨਹੀਂ ਹੁੰਦੀ ਜਾਂ ਬੈਟਰੀ ਕਦੇ ਵੀ ਖ਼ਤਮ ਨਹੀਂ ਹੁੰਦੀ। ਇੱਕ ਵਾਰੀ ਤੁਸੀਂ ਚਾਰਜ ਕਰ ਲਿਆ ਅਤੇ ਮਹੀਨਿਆਂ ਦੇ ਮਹੀਨੇ ਉਹ ਫੋਨ ਚੱਲਦੇ ਰਹਿੰਦੇ ਨੇ। ਮਤਲਬ ਇੱਦਾਂ ਛੋਟੀਆਂ ਚੀਜ਼ਾਂ। ਫਿਰ ਟਾਈਮ ਟਰੈਵਲ ਦੀ ਟੈਕਨੋਲੋਜੀ ਮੈਂ ਫੋਰ ਸ਼ੋਰ ਕਹਿ ਸਕਦਾ ਕਿ ਇਸ ਟਾਈਮ ਏਰੀਆ 51 ਦੇ ਵਿੱਚ ਹੈ ਕਿਉਂਕਿ 1940 ਦੇ ਵਿੱਚ ਟਾਈਮ ਟਰੈਵਲ ਦੇ ਉੱਤੇ ਐਕਸਪੈਰੀਮੈਂਟ ਕਰਨਾ ਸ਼ੁਰੂ ਹੋ ਗਿਆ ਸੀ। ਇੱਕ ਇੰਸੀਡੈਂਟ ਆਈ ਥਿੰਕ ਕਿਹੜੇ ਡਾਕੂਮੈਂਟ ਦੇ ਵਿੱਚ ਮੈਂ ਪੜ੍ਹਦਾ ਪਿਆ ਸੀ ਕਿ ਕੁਛ ਸਕਿੰਟ ਵਾਸਤੇ 1940 ਦੇ ਵਿੱਚ ਇੱਕ ਮੁੰਡੇ ਨੂੰ ਫਿਊਚਰ ਦੇ ਵਿੱਚ ਭੇਜਿਆ ਗਿਆ, ਬਟ ਆਈ ਥਿੰਕ ਉਹ ਮੁੰਡਾ ਬਚਿਆ ਨਹੀਂ ਉਹ ਐਕਸਪੈਰੀਮੈਂਟ ਤੋਂ ਬਾਅਦ। 1940 ਦੇ ਵਿੱਚ ਉਹਨੂੰ 1973 ਦੇ ਵਿੱਚ ਭੇਜਿਆ ਗਿਆ ਕੁਝ ਸਕਿੰਟ ਵਾਸਤੇ। ਫਿਰ ਟੈਲੀਪੋਰਟੇਸ਼ਨ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਜਾਣਾ, ਇੱਕ ਜਗ੍ਹਾ ਤੋਂ ਗਾਇਬ ਹੋ ਕੇ ਦੂਜੀ ਜਗ੍ਹਾ ਦੇ ਉੱਤੇ ਉਤਪੰਨ ਹੋਣਾ, ਇਹ ਵੀ ਟੈਕਨੋਲੋਜੀ ਆਈ ਥਿੰਕ ਏਰੀਆ 51 ਦੇ ਵਿੱਚ ਹੈ। 1943 ਦੇ ਵਿੱਚ ਫਿਲਡੈਲਫੀਆ ਐਕਸਪੈਰੀਮੈਂਟ ਨਾਮ ਦਾ ਇੱਕ ਐਕਸਪੈਰੀਮੈਂਟ ਹੋਇਆ ਜਿੱਥੇ ਇੱਕ ਨੇਵੀ ਸ਼ਿਪ ਨੂੰ ਗਾਇਬ ਕਰਕੇ ਦੂਜੀ ਜਗ੍ਹਾ ਦੇ ਵਿੱਚ ਭੇਜਿਆ ਗਿਆ। ਹੁਣ ਇਹਦੇ ਵਿੱਚ ਪ੍ਰੋਬਲਮ ਇਹ ਹੋਈ ਕਿ ਜਿੰਨੇ ਵੀ ਬੰਦੇ ਉਹ ਨੇਵੀ ਸ਼ਿਪ ਦੇ ਉੱਤੇ ਸੀ ਸਾਰੇ ਦੇ ਸਾਰੇ ਮਾਰੇ ਗਏ। ਆਈ ਥਿੰਕ ਇਹਨੂੰ ਚਲਾਉਣ ਵਾਸਤੇ ਬਹੁਤ ਜ਼ਿਆਦਾ ਐਨਰਜੀ ਦੀ ਲੋੜ ਸੀ। ਜਦੋਂ ਉਹ ਸ਼ਿਪ ਇੱਕ ਜਗ੍ਹਾ ਤੋਂ ਗਾਇਬ ਹੋਈ, ਬਟ ਜਦੋਂ ਦੂਜੀ ਜਗ੍ਹਾ 'ਤੇ ਉਹ ਉਤਪੰਨ ਹੋਈ ਅਤੇ ਜੋ ਹਿਊਮਨ ਬੋਡੀ ਸੀ, ਕੁਛ ਲੋਕੀ
ਕੰਧਾਂ ਦੇ ਵਿੱਚ ਵੜੇ ਹੋਏ ਸੀ ਜਾਂ ਕੁਛ ਲੋਕੀ ਕਿਸੇ ਲੋਹੇ ਦੇ ਵਿੱਚ ਜਾਂ ਮਸ਼ੀਨ ਦੇ ਪਾਰਟ ਵਿੱਚ ਵੜੇ ਹੋਏ ਸੀ। ਮਤਲਬ ਕੋਈ ਵੀ ਸਰਵਾਈਵ ਨਹੀਂ ਕਰ ਪਾਇਆ ਉਹ ਐਕਸਪੈਰੀਮੈਂਟ ਨੂੰ। ਅਗਰ 1943 ਦੇ ਵਿੱਚ ਇਹ ਚੀਜ਼ ਦੇ ਉੱਤੇ ਐਕਸਪੈਰੀਮੈਂਟ ਹੋਇਆ ਤੇ ਹੁਣ ਸੋਚੋ ਕਿ ਕਿੰਨੀਆਂ ਜ਼ਿਆਦੀਆਂ ਐਡਵਾਂਸਮੈਂਟ ਹੋ ਚੁੱਕੀਆਂ ਨੇ ਟੈਕਨੋਲੋਜੀ ਦੇ ਵਿੱਚ। ਤੇ ਫੋਰ ਸ਼ੋਰ ਇਹ ਟੈਕਨੋਲੋਜੀ ਵੀ ਏਰੀਆ 51 ਦੇ ਵਿੱਚ ਹੋ ਸਕਦੀ ਹੈ ਟੈਲੀਪੋਰਟੇਸ਼ਨ ਦੀ। ਫਿਰ ਵੈਦਰ ਕੰਟਰੋਲ ਵੀ ਇੱਕ ਇੱਦਾਂ ਦੀ ਟੈਕਨੋਲੋਜੀ ਹੈ ਜੋ ਮੰਨਿਆ ਜਾਂਦਾ ਹੈ ਕਿ ਏਰੀਆ 51 ਦੇ ਵਿੱਚ ਹੈ। ਹੁਣ ਆਪਾਂ ਜਦੋਂ ਦੇਵਤਿਆਂ ਨੂੰ ਦੇਖਦੇ ਹਾਂ, ਇੰਦਰਦੇਵ ਹੋ ਗਿਆ ਜਾਂ ਪਵਨਦੇਵ ਹੋ ਗਿਆ ਜਾਂ ਸੂਰਯਦੇਵ ਹੋ ਗਿਆ, ਕਿ ਇਹਨਾਂ ਸਾਰਿਆਂ ਕੋਲ ਪਾਵਰ ਸੀ ਇੱਕ ਚੀਜ਼ ਨੂੰ ਕੰਟਰੋਲ ਕਰਨ ਦੀ। ਜਿੱਦਾਂ ਇੰਦਰਦੇਵ ਕੋਲ ਪਾਵਰ ਸੀ ਰੇਨ ਨੂੰ ਕੰਟਰੋਲ ਕਰਨ ਦੀ ਜਾਂ ਬਿਜਲੀ ਨੂੰ ਕੰਟਰੋਲ ਕਰਨ ਦੀ। ਫਿਰ ਸੂਰਯਦੇਵ ਕੋਲ ਪਾਵਰ ਸੀ ਕਿ ਸੂਰਜ ਨੂੰ ਕੰਟਰੋਲ ਕਰਨ ਦੀ, ਕਿ ਉਹਦੇ ਕਾਰਨ ਹੀ ਸੂਰਜ ਨਿਕਲਦਾ। ਫਿਰ ਕੋਈ ਤੂਫਾਨ ਦਾ ਦੇਵਤਾ ਹੋਏਗਾ। ਮਤਲਬ ਹਰੇਕ ਦੇਵਤੇ ਕੋਲ ਅਲੱਗ ਅਲੱਗ ਪਾਵਰ ਹੈ। ਬਟ ਇਹ ਚੀਜ਼ ਜਦੋਂ ਮੈਂ ਕਹਿੰਦਾ ਹੁੰਦਾ ਕਿ ਯਾਰ ਜੋ ਇਹ ਦੇਵਤੇ ਨੇ, ਇਹ ਸ਼ਾਇਦ ਦੇਵਤੇ ਨਹੀਂ, ਇਹ ਦੂਜੀਆਂ ਗ੍ਰਹਿਾਂ ਤੋਂ ਆਏ ਹੋਏ ਜੀਵ ਨੇ। ਹੁਣ ਰੀਸੈਂਟਲੀ ਕੀ ਹੋਇਆ ਕਿ ਚਾਈਨਾ ਦੀ ਪਾਰਟੀ CCP ਨੇ ਜਦੋਂ ਆਪਣੇ 100 ਸਾਲ ਰਾਜ ਕਰਨ ਦੇ ਪੂਰੇ ਕੀਤੇ ਤੇ ਉਹਨਾਂ ਨੇ ਇੱਕ ਸੈਲੀਬ੍ਰੇਸ਼ਨ ਰੱਖੀ। ਬਟ ਬੀਜਿੰਗ ਦਾ ਜੋ ਵੈਦਰ ਸੀ ਬਹੁਤ ਜ਼ਿਆਦਾ ਪੋਲਿਊਟਡ ਸੀ, ਬਹੁਤ ਜ਼ਿਆਦਾ ਪੋਲਿਊਸ਼ਨ ਸੀ, ਤੇ ਉਹ ਚਾਹੁੰਦੇ ਸੀ ਕਿ ਇਹ ਪੋਲਿਊਸ਼ਨ ਸਾਡੀ ਸੈਲੀਬ੍ਰੇਸ਼ਨ ਨੂੰ ਖਰਾਬ ਨਾ ਕਰੇ। ਤੇ ਉਹਨਾਂ ਨੇ ਨਕਲੀ ਮੀਂਹ ਪਵਾਇਆ। ਇਹ ਕਹਿਣਾ ਇੱਕ ਬੜੀ ਪਾਵਰਫੁਲ ਸਟੇਟਮੈਂਟ ਹੈ, ਨਕਲੀ ਮੀਂਹ ਪਵਾਉਣਾ। ਉਹਨਾਂ ਨੇ ਕਲਾਊਡ ਸੀਡਿੰਗ ਨਾਮ ਦੀ ਇੱਕ ਟੈਕਨੋਲੋਜੀ ਹੈ, ਮੀਂਹ ਪਵਾ ਕੇ ਵੈਦਰ ਨੂੰ ਕਲੀਅਰ ਕੀਤਾ। ਤੇ ਜਿੱਦਣ ਸੈਲੀਬ੍ਰੇਸ਼ਨ ਵਾਲਾ ਦਿਨ ਸੀ ਉਦਣ ਸੂਰਜ ਨਿਕਲਿਆ, ਬੜਾ ਕਲੀਅਰ ਸੂਰਜ, ਜੋ ਬੀਜਿੰਗ ਦੇ ਵਿੱਚ ਉਹ ਜੋ ਰਾਜਧਾਨੀ ਹੈ ਬਹੁਤ ਜ਼ਿਆਦਾ ਘੱਟ ਨਿਕਲਦਾ। ਬਟ ਇਹ ਟੈਕਨੋਲੋਜੀ ਦੇ ਨਾਲ ਬਹੁਤ ਜ਼ਿਆਦਾ ਖਤਰੇ ਨੇ, ਕਿਉਂਕਿ ਇਹ ਇੱਦਾਂ ਦਾ ਕੈਮੀਕਲ ਛੱਡਦਾ ਜੋ ਲੋਕਾਂ ਵਾਸਤੇ ਕੈਂਸਰ ਬਣਾ ਸਕਦਾ। ਤੇ ਇਹ ਚੀਜ਼ ਆਈ ਥਿੰਕ ਦੁਬਈ ਨੇ ਵੀ ਕੀਤੀ। ਉਹਨਾਂ ਨੇ ਇੱਕ ਨਕਲੀ ਮੀਂਹ ਪਵਾ ਕੇ ਇੱਕ ਵੀਡੀਓ ਛੱਡੀ YouTube ਦੇ ਉੱਤੇ ਕਿ ਅਸੀਂ ਇਹ ਟੈਕਨੋਲੋਜੀ ਸਲੋਲੀ ਇੰਪਲੀਮੈਂਟ ਕਰਾਂਗੇ। ਤੇ ਸ਼ਾਇਦ ਇਹ ਇੰਨਾ ਕੰਟਰੋਲ ਸਾਡਾ ਆਪਣਾ ਵੈਦਰ ਦੇ ਉੱਤੇ ਨਹੀਂ, ਤੇ ਇਹ ਟੈਕਨੋਲੋਜੀ ਨੂੰ ਰੈਗੂਲਰ ਵਰਤਣਾ ਸ਼ਾਇਦ ਹਜੇ ਇੰਨਾ ਪ੍ਰੋਡਕਟਿਵ ਨਹੀਂ ਜਾਂ ਇੰਨਾ ਜ਼ਿਆਦਾ ਸੇਫ ਨਹੀਂ। ਬਟ ਇਹ ਟੈਕਨੋਲੋਜੀ ਦੇ ਉੱਤੇ ਆਪਾਂ ਕਾਬੂ ਕਰਨਾ ਹੌਲੀ ਹੌਲੀ ਸ਼ੁਰੂ ਕਰਤਾ। ਤੇ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਜੋ ਸੀਕਰੇਟ ਗੌਰਮੈਂਟ ਹੈ ਉਹ ਕਦੇ ਵੀ ਟੈਕਨੋਲੋਜੀ ਨੂੰ ਸਿੱਧਾ ਪਬਲਿਕ ਨੂੰ ਨਹੀਂ ਦਿੰਦੀ। ਬਹੁਤ ਇਹਦਾ ਪ੍ਰੋਸੀਜਰ ਬਹੁਤ ਜ਼ਿਆਦਾ ਸਲੋ ਹੁੰਦਾ ਤਾਂ ਕਿ ਕਿਸੇ ਬੇਵਕੂਫ ਦੇ ਹੱਥ ਇਹ ਟੈਕਨੋਲੋਜੀ ਆਵੇ ਤੇ ਉਹਨੂੰ ਕੋਈ ਨੁਕਸਾਨ ਨਾ ਕਰ ਬੈਠੇ। ਤਾਈਓ ਜੋ ਇੰਟਰਨੈਟ ਦੀ ਟੈਕਨੋਲੋਜੀ ਹੈ ਸਿਰਫ ਇੱਕ ਦਿਨ ਦੇ ਵਿੱਚ ਆਪਣੇ ਕੋਲ ਨਹੀਂ ਆਈ, ਉਹਨੂੰ ਬਹੁਤ ਟਾਈਮ ਲੱਗਾ ਸਲੋਲੀ ਆਉਣ ਤੇ ਹੁਣ ਜਦੋਂ ਸਾਰੇ ਕੰਫਰਟੇਬਲ ਨੇ ਇੰਟਰਨੈਟ ਦੇ ਨਾਲ, ਠੀਕ ਹੈ ਇਹਦੇ ਨੁਕਸਾਨ ਵੀ ਨੇ ਬਟ ਇਹਦੇ ਫਾਇਦੇ ਵੀ ਬਹੁਤ ਨੇ। ਇਹਨੂੰ ਆਪਾਂ ਬਿਲਕੁਲ ਬੈਲੈਂਸ ਤਰੀਕੇ ਨਾਲ ਯੂਜ਼ ਕਰਦੇ ਪਏ ਹਾਂ ਇੰਟਰਨੈਟ ਨੂੰ। ਤੇ ਇੱਦਾਂ ਹੀ ਵੈਦਰ ਕੰਟਰੋਲ ਦੀ ਟੈਕਨੋਲੋਜੀ ਮੈਂ ਮੰਨਦਾ ਕਿ ਏਰੀਆ 51 ਦੇ ਵਿੱਚ ਹੈ। ਜੋ ਸੀਕਰੇਟ ਗੌਰਮੈਂਟ ਹੈ ਉਹ ਚਾਹਵੇ ਕਿਤੇ ਵੀ ਟੋਰਨੇਡੋ ਲਿਆ ਸਕਦੀ ਹੈ, ਕਿਤੇ ਵੀ ਹਨੇਰੀ ਲਿਆ ਸਕਦੀ, ਕਿਤੇ ਵੀ ਮੀਂਹ ਪਵਾ ਸਕਦੀ ਹੈ। ਬਟ ਜੋ ਨੋਰਮਲ ਸੀਕਰੇਟ ਗੌਰਮੈਂਟ ਦੇ ਥੱਲੇ ਜੋ ਆਮ ਗੌਰਮੈਂਟਾਂ ਨੇ ਉਹਨਾਂ ਨੂੰ ਇਸ ਟੈਕਨੋਲੋਜੀ ਸਲੋਲੀ ਦਿੱਤੀ ਜਾ ਰਹੀ ਹੈ, ਨਾ ਕਿ ਇੱਕਦਮ ਉਹਨਾਂ ਦੇ ਟੈਕਨੋਲੋਜੀ ਇਹ ਥੋਪੀ ਜਾ ਰਹੀ ਹੈ। ਫਿਰ ਅਗਲੀ ਟੈਕਨੋਲੋਜੀ ਮੈਂ ਮੰਨਦਾ ਕਿ ਏਰੀਆ 51 ਦੇ ਵਿੱਚ ਹੈ ਮਾਈਂਡ ਰੀਡਿੰਗ ਦੀ, ਦਿਮਾਗ ਨੂੰ ਪੜ੍ਹਨ ਦੀ। ਕਿਉਂਕਿ ਜਿੰਨੇ ਵੀ ਏਲੀਅਨ ਇੰਸੀਡੈਂਟ ਹੋਏ ਨੇ ਲੋਕਾਂ ਦੇ ਨਾਲ, ਉਹ ਕਮਿਊਨੀਕੇਸ਼ਨ ਕਦੇ ਵੀ ਮੂੰਹ ਦੇ ਨਾਲ ਬੋਲ ਕੇ ਨਹੀਂ ਹੋਇਆ, ਉਹ ਦਿਮਾਗ ਤੋਂ ਦਿਮਾਗ ਹੀ ਹੋਇਆ। ਏਲੀਅਨਸ ਕੋ ਇੱਦਾਂ ਦੀ ਟੈਲੀਪੈਥਿਕ ਪਾਵਰਸ ਨੇ ਕਿ ਉਹ ਆਪਣਾ ਦਿਮਾਗ ਪੜ੍ਹ ਸਕਦੇ ਨੇ ਤੇ ਆਪਾਂ ਨੂੰ ਉਹਨਾਂ ਦਾ ਦਿਮਾਗ ਪੜ੍ਹਵਾ ਵੀ ਸਕਦੇ ਨੇ। ਤੇ ਬਾਕੀ ਜਦੋਂ ਮੈਂ ਆਪਣੇ ਆਸੇ ਪਾਸੇ ਵੀ ਦੇਖਦਾ ਨਾ, ਗੌਰਮੈਂਟ ਤੇ ਇਹ ਜੋ ਪ੍ਰਾਈਵੇਟ ਕੰਪਨੀਜ਼ ਨੇ, ਆਪਾਂ ਨੂੰ ਇਹਨਾਂ ਨੇ ਰੀਡ ਕਰਨਾ ਸ਼ੁਰੂ ਕਰ ਹੀ ਦਿੱਤਾ। ਤੁਸੀਂ ਆਪਣੇ ਕੀਬੋਰਡ ਦੇ ਉੱਤੇ, ਫੋਨ ਦੇ ਕੀਬੋਰਡ ਦੇ ਉੱਤੇ ਕੁਛ ਵੀ ਟਾਈਪ ਕਰਦੇ ਹੋ, ਸੋਚੋ ਤੁਸੀਂ ਗਲਾਸਿਸ, ਐਨਕਾਂ ਦੇਖਣੀਆਂ ਨੇ, ਠੀਕ ਹੈ, ਤੁਸੀਂ ਉਹ ਚੀਜ਼ ਟਾਈਪ ਕਰਦੇ ਹੋ, ਉਹ ਰਿਕਾਰਡ ਦੇ ਉੱਤੇ ਪਹੁੰਚ ਜਾਂਦਾ। ਕੋਈ AI ਦੀ ਮਸ਼ੀਨ ਕਿਤੇ ਗੂਗਲ ਦੇ ਵਿੱਚ ਲੱਗੀ ਹੋਈ ਹੈ, ਜਿਹਨੂੰ ਪਤਾ ਹੈ ਕਿ ਗਗਨ ਆਪਣੇ ਫੋਨ ਦੇ ਵਿੱਚ ਐਨਕਾਂ ਟਾਈਪ ਕਰਦਾ ਪਿਆ ਜਾਂ ਉਹ ਕਿਸੇ ਪ੍ਰੋਗਰਾਮ ਦਾ ਨਾਮ ਟਾਈਪ ਕਰਦਾ ਪਿਆ, ਉਹਨੂੰ ਪਤਾ ਕਿ ਕਿਸ ਟਾਈਮ ਦੇ ਵਿੱਚ ਮੈਂ ਕਿਹੜੀ ਚੀਜ਼ ਸੋਚਦਾ ਪਿਆ ਵਾਂ। ਇਹ ਵੀ ਇੱਕ ਮਾਈਂਡ ਰੀਡਿੰਗ ਕਰਨ ਵਾਲਾ ਹੀ ਸਿਸਟਮ ਹੈ। ਇਹ ਇੰਨਾ ਫਾਸਟ ਨਹੀਂ ਬਟ ਕਿਤੇ ਨਾ ਕਿਤੇ ਉਹ ਮਸ਼ੀਨ ਗੂਗਲ ਦੇ ਵਿੱਚ ਜਾਂ ਐਪਲ ਦੇ ਹੈੱਡਕੁਆਟਰ ਦੇ ਵਿੱਚ ਉਹ ਮਸ਼ੀਨ ਰੀਡ ਕਰਦੀ ਪਈ ਹੈ ਕਿ ਗਗਨ ਨੂੰ ਕਿਹੜੇ ਟਾਈਮ ਕਿਹੜੀ ਚੀਜ਼ ਪਸੰਦ ਸੀ ਜਾਂ ਕਿਹੜੀ ਚੀਜ਼ ਉਹ ਦੇਖਦਾ ਪਿਆ ਸੀ। ਅਤੇ ਬਾਕੀ ਕੈਮਰੇ
ਆਪਾਂ ਹਮੇਸ਼ਾ ਕੈਮਰਿਆਂ ਦੇ ਸਾਹਮਣੇ ਆ। ਇਹ ਮਸ਼ੀਨਾਂ ਆਪਣਾ ਫੇਸ ਆਲ ਦਾ ਟਾਈਮ ਰੀਡ ਕਰਦੀਆਂ ਪਈਆਂ ਨੇ, ਆਪਣੇ ਐਕਸਪ੍ਰੈਸ਼ਨਸ ਕਿਸ ਟਾਈਮ ਕਿੱਦਾਂ ਦੇ ਸੀ, ਰਾਤ ਨੂੰ ਦਿਨ ਨੂੰ, ਇਹ ਚੀਜ਼ਾਂ ਦੇਖਦੀਆਂ ਪਈਆਂ ਨੇ। ਅਤੇ ਇਹ ਚੀਜ਼ ਜਦੋਂ ਮੈਂ ਕਿਸੇ ਨਾਲ ਵੀ ਡਿਸਕਸ ਕਰਦਾ ਹਾਂ ਤਾਂ ਬਹੁਤ ਜ਼ਿਆਦਾ ਲੋਕੀ ਡਿਨਾਇਲ ਦੇ ਵਿੱਚ ਹੁੰਦੇ ਨੇ ਕਿ ਯਾਰ ਇੱਦਾਂ ਨਹੀਂ ਹੋ ਸਕਦਾ, ਗੌਰਮੈਂਟ ਇੰਨੇ ਤਰੀਕੇ ਨਾਲ ਆਪਾਂ ਨੂੰ ਕੰਟਰੋਲ ਜਾਂ ਆਪਾਂ ਨੂੰ ਰੀਡ ਨਹੀਂ ਕਰ ਸਕਦੀ, ਮਾਈਂਡ ਰੀਡਿੰਗ ਵਾਲੀ ਟੈਕਨੋਲੋਜੀ ਸ਼ਾਇਦ ਕਦੀ ਨਹੀਂ ਆਏਗੀ, ਜਾਂ ਨਿਊਰਾ ਲਿੰਕ ਆਪਣੇ ਦਿਮਾਗ ਦੇ ਵਿੱਚ ਕਦੇ ਵੀ ਨਹੀਂ ਲਾਇਆ ਜਾਏਗਾ, ਜਾਂ ਮੈਂ ਕਦੇ ਵੀ ਕਿਸੇ ਵੀ ਕੰਪਨੀ ਨੂੰ ਜਾਂ ਈਲੋਨ ਮਸਕ ਨੂੰ ਨਹੀਂ ਕਹਾਂਗਾ ਕਿ ਮੇਰੇ ਦਿਮਾਗ ਦੇ ਵਿੱਚ ਚਿਪ ਲਾ, ਇਹ ਕਦੀ ਵੀ ਨਹੀਂ ਹੋ ਸਕਦਾ। ਫਿਰ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਕਿ ਆਪਾਂ ਪਹਿਲੋਂ ਤਾਂ ਆਪਣੇ ਫਿੰਗਰਪ੍ਰਿੰਟ ਫੋਨ ਦੇ ਥਰੂ ਪ੍ਰਾਈਵੇਟ ਕੰਪਨੀਆਂ ਨੂੰ ਦਿੱਤੇ, ਫਿਰ ਹੁਣ ਆਪਾਂ ਆਪਣਾ ਫੇਸ ਪ੍ਰਾਈਵੇਟ ਕੰਪਨੀਆਂ ਨੂੰ ਦੇ ਚੁੱਕੇ ਹਾਂ ਫੇਸ ਰੀਡਰ ਟੈਕਨੋਲੋਜੀ ਐਪਲ ਦੇ ਵਿੱਚ। ਫਿਰ ਕੈਮਰੇ ਜਿੱਦਾਂ ਮੈਂ ਕਿਹਾ ਕਿ ਆਪਾਂ ਨੂੰ ਹਮੇਸ਼ਾ ਦੇਖਦੇ ਪਏ ਨੇ, ਹਰੇਕ ਕੰਪਨੀ ਨੂੰ ਪਤਾ ਹੈ ਆਪਾਂ ਕਿੱਦਾਂ ਦੇ ਦੇਖਦੇ ਪਏ ਹਾਂ, ਆਪਾਂ ਨੂੰ ਕੈਮਰੇ ਦੇ ਥਰੂ ਹਮੇਸ਼ਾ ਦੇਖਿਆ ਜਾ ਰਿਹਾ। ਇਹ ਚੀਜ਼ ਨੂੰ ਕਦੇ ਵੀ ਆਪਾਂ ਨਹੀਂ ਸੀ ਮੰਨਿਆ ਕਿ ਆਪਾਂ ਗਿਵ ਅਪ ਕਰਾਂਗੇ, ਬਟ ਇਹ ਚੀਜ਼ ਆਪਾਂ ਗਿਵ ਅਪ ਕਰ ਚੁੱਕੇ ਹਾਂ। ਇੱਕ ਪ੍ਰਾਈਵੇਸੀ ਦਾ ਇੱਕ ਵੱਡਾ ਪਾਰਟ ਆਪਾਂ ਗਿਵ ਅਪ ਕਰ ਚੁੱਕੇ ਹਾਂ। ਫਿਰ ਜਦੋਂ ਮੈਨੂੰ ਯਾਦ ਹੈ BSNL ਨਾਮ ਦੀ ਇੱਕ ਕੰਪਨੀ ਹੁੰਦੀ ਸੀ ਰਿਲਾਇੰਸ ਦੇ ਅੰਡਰ, ਜਦੋਂ ਸਰਕਾਰੀ ਕੰਪਨੀ ਆਈ, ਘਰਾਂ ਦੇ ਵਿੱਚ ਫੋਨ ਇਹਨਾਂ ਨੇ ਦੇਣੇ ਸ਼ੁਰੂ ਕੀਤੇ, ਅਤੇ ਉਦੋਂ 3G ਟੈਕਨੋਲੋਜੀ ਨਾ ਬੜੀ ਨਵੀਂ ਸੀ, ਨਵੀਂ ਵੀ ਨਹੀਂ ਸੀ, ਉਹਦੀ ਐਡਵਰਟੀਜ਼ਮੈਂਟ ਆਉਣੀ ਸ਼ੁਰੂ ਹੋਈ ਸੀ। ਮਸ਼ਹੂਰੀ ਇੱਕ ਬਣਾਈ ਕਿ ਕਿੱਦਾਂ ਇੱਕ ਮੁੰਡਾ ਕਲੱਬ ਦੇ ਵਿੱਚ ਭੰਗੜਾ ਪਾਉਂਦਾ ਪਿਆ ਅਤੇ ਉਹਨੂੰ ਘਰੋਂ ਫੋਨ ਆਇਆ, ਉਹ ਵੀਡੀਓ ਕਾਲ ਉਹਨੂੰ ਆਪਣੀ ਵਾਈਫ ਦੀ ਆਈ, ਅਤੇ ਉਹ ਕਲੱਬ ਤੋਂ ਬਹੁਤ ਦੂਰ ਜਾ ਕੇ ਪਹਿਲੋਂ ਭੱਜਦਾ ਅਤੇ ਫਿਰ ਫੋਨ ਚੁੱਕਦਾ, ਅਤੇ ਫੋਨ ਕਰਕੇ ਉਹਦੀ ਵਾਈਫ ਕਹਿੰਦੀ ਕਿੱਥੇ ਆ, ਅਤੇ ਉਹ ਕਹਿੰਦਾ ਮੈਂ ਘਰੇ ਆਉਂਦਾ ਪਿਆ। ਅਤੇ ਮਤਲਬ ਉਹ ਡਰਦਾ ਸੀ ਕਿ ਕਲੱਬ ਦੇ ਵਿੱਚ ਕਿਤੇ ਮੈਂ ਫੋਨ ਨਾ ਚੁੱਕਾਂ, ਮੇਰੀ ਵਾਈਫ ਨੂੰ ਨਾ ਪਤਾ ਲੱਗੇ ਕਿ ਮੈਂ ਕਲੱਬ ਦੇ ਵਿੱਚ ਡਾਂਸ ਕਰਦਾ ਪਿਆ ਵਾਂ। ਅਤੇ ਉਸ ਟਾਈਮ ਜਦੋਂ ਮੈਂ ਐਡ ਦੇਖੀ ਨਾ, ਮੈਂ ਕਿਹਾ ਯਾਰ ਇਹ ਚੀਜ਼ ਕਦੇ ਵੀ ਨਹੀਂ ਹੋ ਸਕਦੀ ਮੇਰੀ ਲਾਈਫ ਦੇ ਵਿੱਚ। ਮੇਰੀ ਲਾਈਫ ਦੇ ਵਿੱਚ ਅਗਰ ਇਹ ਵੀਡੀਓ ਕਾਲ ਵਾਲੀ ਆਪਸ਼ਨ ਆ ਗਈ ਅਤੇ ਹਰੇਕ ਬੰਦਾ ਬਹੁਤ ਜ਼ਿਆਦਾ ਡਰਦਾ ਰਹੇਗਾ, ਕਿਉਂਕਿ ਹਰੇਕ ਚੀਜ਼ ਬੜੀ ਸੀਕ੍ਰੇਟਿਵਲੀ ਕਰਦੇ ਸੀ, ਕਿਉਂਕਿ ਕਿਸੇ ਨੂੰ ਪਤਾ ਨਹੀਂ ਸੀ ਹੁੰਦਾ, ਫੋਨ ਬਹੁਤ ਘੱਟ ਹੁੰਦੇ ਸੀ, ਤੂੰ ਕਿੱਥੇ ਆ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਸੀ ਪੈਂਦੀ। ਅਤੇ ਉਸ ਟਾਈਮ ਮੇਰੀ ਲਾਈਫ ਦੇ ਅੰਦਰ ਹੀ ਇਹ ਚੀਜ਼ ਹੋਈ, ਅਤੇ ਮੈਂ ਮੰਨਦਾ ਸੀ ਕਿ ਯਾਰ ਵੀਡੀਓ ਕਾਲ ਵਾਲੀ ਆਪਸ਼ਨ ਕਦੇ ਨਹੀਂ ਆ ਸਕਦੀ, ਕਿਉਂਕਿ ਇਹ ਬਹੁਤ ਇੱਕ ਤਗੜਾ ਬਰੀਚ ਹੈ ਪ੍ਰਾਈਵੇਸੀ ਦਾ। ਮਤਲਬ ਕਿਸੇ ਨੂੰ ਦਿਖਾਉਣਾ ਬੈਕਗਰਾਊਂਡ ਕਿ ਮੈਂ ਕਿੱਥੇ ਆ, ਇਹ ਕਦੇ ਵੀ ਨਹੀਂ ਹੋ ਸਕਦਾ। ਅਤੇ ਮੈਂ ਹੁਣ 30 ਸਾਲਾਂ ਦਾ ਵਾਂ, ਫੇਸ ਟਾਈਮ ਤੋਂ ਬਿਨਾਂ ਬਹੁਤ ਜ਼ਿਆਦਾ ਘੱਟ ਗੱਲ ਹੁੰਦੀ ਹੈ, ਵਟਸਐਪ ਦੇ ਉੱਤੇ ਵੀਡੀਓ ਕਾਲਸ ਹੁੰਦੀਆਂ। ਮਤਲਬ ਕਹਿਣ ਦਾ ਇਹੀ ਹੈ ਕਿ ਟੈਕਨੋਲੋਜੀ ਸਲੋਲੀ ਪ੍ਰੋਪੋਗੇਟ ਕਰਦੀ ਪਈ ਹੈ ਜੋ ਏਰੀਆ 51 ਦੇ ਵਿੱਚੋਂ, ਬਟ ਉਹ ਇੱਕਦਮ ਆਪਣੀ ਟੈਕਨੋਲੋਜੀ ਨਹੀਂ ਆਉਂਦੀ ਪਈ। ਜੋ ਸੀਕ੍ਰੇਟ ਗੌਰਮੈਂਟ ਹੈ ਬਹੁਤ ਸਲੋਲੀ ਬਟ ਸ਼ੋਰਲੀ ਉਹ ਚੀਜ਼ ਨੂੰ ਇੰਪਲੀਮੈਂਟ ਕਰਦੀ ਪਈ ਹੈ, ਰਿਵਰਸ ਇੰਜੀਨੀਅਰ ਕਰਕੇ ਉਸ ਤਸ਼ਤਰੀਆਂ ਦੇ ਵਿੱਚੋਂ। ਅਤੇ ਹੋ ਸਕਦਾ ਉੱਥੇ ਏਰੀਆ 51 ਦੇ ਵਿੱਚ ਆਪਾਂ ਕਹਿੰਦੇ ਹਾਂ ਕਿ ਸ਼ਾਇਦ ਆਪਾਂ ਸਿਰਫ ਤਸ਼ਤਰੀਆਂ ਤੋਂ ਰਿਵਰਸ ਇੰਜੀਨੀਅਰ ਕਰ ਰਹੇ ਹਾਂ, ਬਟ ਹੋ ਸਕਦਾ ਕਿ ਉੱਥੇ ਏਲੀਅਨਸ ਵੀ ਹੋਣ ਜੋ ਆਪਣੀ ਹੈਲਪ ਕਰਦੇ ਪਏ ਨੇ ਫਿਊਚਰ ਨੂੰ ਅਚੀਵ ਕਰਨ ਵਾਸਤੇ। ਕਿਉਂਕਿ ਆਪਾਂ ਪਿਛਲੇ 50 ਸਾਲ ਦੇ ਵਿੱਚ ਜਾਂ 60 ਸਾਲ ਦੇ ਵਿੱਚ ਜਿੰਨੀ ਅਚੀਵਮੈਂਟ ਟੈਕਨੋਲੋਜੀ ਦੇ ਵਿੱਚ ਕਰ ਲਈ ਹੈ, ਇਹ ਸੋਚਣ ਵਾਲੀ ਨੇ ਸੋਚ ਨਹੀਂ ਸਕਦੇ ਆਪਾਂ ਕਿ ਇੰਨੇ ਥੋੜ੍ਹੇ ਟਾਈਮ ਦੇ ਵਿੱਚ ਆਪਾਂ ਇੰਨੀ ਅੱਗੇ ਕਿੱਦਾਂ ਪਹੁੰਚ ਗਏ। ਆਪਾਂ 2 ਲੱਖ ਸਾਲ ਤੋਂ ਇਹ ਧਰਤੀ ਦੇ ਉੱਤੇ ਆ, ਇਵੋਲਵ ਕਰਦੇ ਪਏ ਹਾਂ, ਕਦੇ ਵੀ ਇੰਨੀ ਤੇਜ਼ੀ ਦੇ ਨਾਲ ਆਪਾਂ ਨਹੀਂ ਵਧੇ। ਅਤੇ ਪੋਸੀਬਿਲਿਟੀ ਹੈ ਕਿ ਏਰੀਆ 51 ਦੇ ਵਿੱਚ ਏਲੀਅਨਸ ਆਪ ਹੀ ਆਪਾਂ ਨੂੰ ਸਿਖਾਉਣ ਦੀ ਕੋਸ਼ਿਸ਼ ਕਰਦੇ ਪਏ ਨੇ, ਅਤੇ ਇਹ ਸੀਕ੍ਰੇਟ ਗੌਰਮੈਂਟ ਬਹੁਤ ਸਲੋਲੀ ਅਤੇ ਸ਼ੋਰਲੀ ਇਹ ਚੀਜ਼ ਨੂੰ ਇੰਪਲੀਮੈਂਟ ਕਰ ਰਹੀ ਹੈ ਆਪਣੀ ਲਾਈਫ ਦੇ ਵਿੱਚ। ਅਤੇ ਮੈਂ ਪਹਿਲਾਂ ਵੀ ਇਹ ਪੁਆਇੰਟ ਮੈਂਸ਼ਨ ਕੀਤਾ ਸੀ ਕਿ ਇਹ ਜੋ ਸੀਕ੍ਰੇਟ ਗੌਰਮੈਂਟ ਹੈ, ਇਹਨੂੰ ਪਤਾ ਹੈ ਕਿ ਆਪਾਂ ਬਹੁਤ ਇਮੋਸ਼ਨਲ ਹਾਂ, ਹਿਊਮਨਸ ਬਹੁਤ ਇਮੋਸ਼ਨਲ ਹੈ। ਜੇ ਇੱਕਦਮ ਆਪਾਂ ਇਹਨਾਂ ਨੂੰ ਦੱਸ ਦੇਵਾਂਗੇ ਕਿ ਰੱਬ ਵਰਗੀ ਚੀਜ਼ ਜਾਂ ਦੇਵਤਿਆਂ ਵਰਗੀ ਚੀਜ਼ ਇਹ ਰਿਐਲਿਟੀ ਨਹੀਂ, ਉਹ ਏਲੀਅਨਸ ਹੀ ਸੀ, ਅਤੇ ਸ਼ਾਇਦ ਆਪਣਾ ਫੇਥ ਤੋਂ ਵਿਸ਼ਵਾਸ ਜਾਂ ਧਰਮਾਂ ਤੋਂ ਵਿਸ਼ਵਾਸ ਉੱਠ ਜਾਏਗਾ। ਅਤੇ ਇਸ ਲਈ ਇਹ ਚੀਜ਼ ਨੂੰ ਉਹਨਾਂ ਨੇ ਬਹੁਤ ਜ਼ਿਆਦਾ ਸੀਕ੍ਰੇਟ ਰੱਖਿਆ ਹੋਇਆ ਏਰੀਆ 51 ਨੂੰ। ਅਤੇ ਸ਼ਾਇਦ ਇਹ ਚੀਜ਼ ਚੰਗੀ ਹੈ ਆਪਣੇ ਵਾਸਤੇ, ਸ਼ਾਇਦ ਆਪਾਂ ਉਹ ਚੀਜ਼ ਵਾਸਤੇ ਰੈਡੀ ਨਹੀਂ ਜੋ ਏਰੀਆ 51 ਦੇ ਵਿੱਚ ਨੇ, ਕਿਉਂਕਿ ਕੋਈ ਵੀ ਗੌਰਮੈਂਟ ਦੇ ਵਿੱਚ, ਖਾਸ ਕਰ ਸੀਕ੍ਰੇਟ ਗੌਰਮੈਂਟ ਦੇ ਵਿੱਚ ਕੋਈ ਵੀ ਚੀਜ਼ ਜਦੋਂ ਪਲਾਨ ਹੁੰਦੀ ਹੈ, ਹਰੇਕ ਚੀਜ਼ ਦੀ ਪੋਸੀਬਿਲਿਟੀ ਦੇਖੀ ਜਾਂਦੀ ਹੈ ਕਿ ਜੇ ਇਹਨੂੰ ਆਪਾਂ ਛੱਡੀਏ, ਸਾਰਿਆਂ ਨੂੰ ਦੱਸੀਏ ਇਹਦੇ ਕੀ ਇੰਪੈਕਟ ਹੋ ਸਕਦੇ ਨੇ, ਜੇ ਆਪਾਂ ਇਹਨਾਂ ਨੂੰ ਨਾ ਛੱਡੀਏ ਜਾਂ ਇਨਫੋਰਮੇਸ਼ਨ ਨਾ ਦਈਏ ਹਿਊਮਨਸ ਨੂੰ, ਇਹਦੇ ਕੀ ਇੰਪੈਕਟ ਹੋ ਸਕਦੇ ਨੇ। ਅਤੇ ਸ਼ਾਇਦ ਇੱਕ ਬੜੀ ਚੰਗੀ ਚੀਜ਼ ਹੈ ਕਿ ਏਰੀਆ 51 ਦੇ ਵਿੱਚ ਜੋ ਵੀ ਟੈਕਨੋਲੋਜੀ ਹੈ ਜਾਂ ਜੋ ਵੀ ਸੀਕ੍ਰੇਟਸ ਨੇ ਉਹ ਸੀਕ੍ਰੇਟ ਹੀ ਰਹਿਣ, ਅਤੇ ਹਿਊਮਨ ਰੇਸ ਵਾਸਤੇ ਇਹ ਵਧੀਆ ਚੀਜ਼ ਹੈ।
ਤੇ ਇਹ ਸੀ ਅੱਜ ਦਾ ਐਪੀਸੋਡ। ਤੇ ਹੁਣ ਮਿਲਦੇ ਹਾਂ ਆਪਾਂ ਅਗਲੇ ਐਪੀਸੋਡ ਦੇ ਵਿੱਚ। ਮੈਂ ਤੁਹਾਡਾ ਆਪਣਾ ਕਾਕਾ ਬੱਲੀ, ਨਾਮ ਮੇਰਾ ਕਿੰਗਦੀਪ ਸਿੰਘ। ਸਤਿ ਸ਼੍ਰੀ ਅਕਾਲ।